ਅਸੀਂ ਦੇਖਿਆ ਆ ਕਿ ਰਿਸਟ੍ਰਿਕਸ਼ਨਸ BC ਦੇ ਵਿੱਚ ਲੱਗੀਆਂ ਨੇ, ਮਿਕਸ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਹੁਣ ਇਸ ਟਾਈਮ ਦੇ ਉੱਤੇ ਜਦੋਂ ਕ੍ਰਿਸਮਸ ਤੇ ਨਿਊ ਈਅਰ ਦਾ ਟਾਈਮ ਹੈ ਤੇ ਪਾਬੰਦੀਆਂ ਲੱਗ ਗਈਆਂ ਨੇ। ਤੁਸੀਂ ਕੀ ਕਹੋਗੇ? ਦੇਖੋ, ਜਿਹੜਾ ਓਮਿਕਰੋਨ ਇਸ ਵਕਤ ਫੈਲ ਰਿਹਾ ਆ ਸਿਰਫ BC ਦੇ ਵਿੱਚ ਨਹੀਂ, ਕੈਨੇਡਾ ਦੇ ਵਿੱਚ ਤੁਸੀਂ ਦੇਖੋ, ਕਬੈਕ ਵਿੱਚ, ਓਨਟਾਰੀਓ ਵਿੱਚ, ਸਸਕੈਚੂਅਨ ਵਿੱਚ, ਹਰੇਕ ਪ੍ਰੋਵਿੰਸ ਦੇ ਵਿੱਚ ਪਾਬੰਦੀਆਂ ਲੱਗ ਰਹੀਆਂ ਆ। ਸਿਰਫ ਸਾਡੀਆਂ ਪ੍ਰੋਵਿੰਸਿਸ ਵਿੱਚ ਨਹੀਂ, ਯੂਨਾਈਟਿਡ ਸਟੇਟਸ ਵੱਲ ਨੂੰ ਦੇਖ ਲਓ, ਆਪਾਂ ਇਜ਼ਰਾਈਲ ਨੂੰ ਦੇਖੀਏ, UK ਨੂੰ ਦੇਖੀਏ, ਯੂਰੋਪੀਅਨ ਕੰਟਰੀਜ਼ ਨੂੰ ਦੇਖੀਏ, ਬਹੁਤ ਸਾਰੀਆਂ ਸਾਡੇ ਨਾਲੋਂ ਵੀ ਜ਼ਿਆਦਾ ਸਖਤ ਪਾਬੰਦੀਆਂ ਉਹਨਾਂ ਮੁਲਕਾਂ ਵਿੱਚ ਲੱਗ ਗਈਆਂ ਆ। ਆਪਾਂ ਰੋਜ਼ ਇਸ ਵਾਇਰਸ ਦੇ ਬਾਰੇ ਕੁਛ ਨਾ ਕੁਛ ਲਰਨ ਕਰ ਰਹੇ ਹਾਂ, ਪਰ ਜਿਸ ਤਰ੍ਹਾਂ ਨੰਬਰ ਦੂਸਰੇ ਮੁਲਕਾਂ ਚੋਂ ਆ ਰਹੇ ਆ, ਜੇ ਤੁਹਾਡੀ ਡਬਲ ਵੈਕਸੀਨ ਲੱਗੀ ਆ ਤੁਹਾਨੂੰ ਨੋ ਸਿੰਪਟਮਸ, ਮਾਈਲਡ ਸਿੰਪਟਮਸ ਹੋ ਸਕਦੇ ਆ, ਪਰ ਐਬਸੋਲੂਟ ਸਿਵੈਰਿਟੀ ਜਿਸ ਤਰ੍ਹਾਂ ਅਨਵੈਕਸੀਨੇਟਡ ਨੂੰ ਹੋ ਰਹੀ ਆ, ਹਸਪੀਟਲਾਈਜੇਸ਼ਨ, ਉਹਨਾਂ ਨੰਬਰਾਂ ਵਿੱਚ ਕਾਫੀ ਫਰਕ ਹੈਗਾ ਆ। ਇਸ ਕਰਕੇ ਸਾਰਿਆਂ ਦੇ ਮੂਹਰੇ ਇਹੀ ਬੇਨਤੀ ਆ, ਪਲੀਜ਼ ਜਾ ਕੇ ਆਪਣੀ ਵੈਕਸੀਨ ਲਵਾਓ। ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਨੇ ਉਹ ਖੁੱਲ੍ਹੇ ਨੇ, ਉਹਦੇ ਵਿੱਚ ਰੀਟੇਲ ਸਟੋਰ ਖੁੱਲ੍ਹੇ ਨੇ, ਉਹਨਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਅਸੀਂ ਪਾਬੰਦੀਆਂ ਦੇਖੀਆਂ ਕਿ 6 ਜਣਿਆਂ ਤੋਂ ਉੱਤੇ ਜਿਹੜੇ ਇੱਕ ਟੇਬਲ ਦੇ ਉੱਤੇ ਨਹੀਂ ਬੈਠ ਸਕਦੇ। ਪਰ ਨਾਈਟ ਕਲੱਬਸ ਤੇ ਜਿਮਸ ਦੇ ਜਿਹੜੇ ਮਾਲਕ ਨੇ ਉਹ ਬਹੁਤ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਨੇ ਤੇ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਉਹਨਾਂ ਦੀ ਮਦਦ ਕਰੇਗੀ ਜਿੰਨਾ ਟਾਈਮ ਦੇ ਉੱਤੇ ਇਹ ਪਾਬੰਦੀਆਂ ਨੇ, ਕਿਉਂਕਿ 16 ਤਰੀਕ ਤੱਕ ਇਹ ਬੰਦ ਰੱਖਣ ਨੂੰ ਕਿਹਾ ਗਿਆ ਜੀ। ਦੇਖੋ, ਰੈਸਟੋਰੈਂਟਸ ਦੇ ਵਿੱਚ 6 ਜਣੇ ਇੱਕ ਟੇਬਲ ਤੇ ਬੈਠ ਸਕਦੇ ਆ, ਟੇਬਲ ਤੋਂ ਉੱਠ ਕੇ ਦੂਸਰੇ ਟੇਬਲ ਤੇ ਨਹੀਂ ਜਾ ਸਕਦੇ। ਜਦੋਂ ਉੱਠ ਕੇ ਬਾਹਰ ਆਉਣਾ ਜਾਂ ਅੰਦਰ ਜਾਣਾ ਆ, ਯੂ ਹੈਵ ਟੂ ਵੇਅਰ ਅ ਮਾਸਕ। ਅਸੀਂ ਦੇਖਿਆ ਆ ਵੀ ਪਿਛਲੇ ਕਈ ਮਹੀਨਿਆਂ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਬਹੁਤ ਘੱਟ ਫੈਲਿਆ ਆ, ਇਸ ਕਰਕੇ ਉਹਦੇ ਉੱਪਰ ਵੀ ਜ਼ਿਆਦਾ ਪਾਬੰਦੀਆਂ ਫੇਰ ਵੀ ਲੱਗੀਆਂ ਗਈਆਂ। ਜਦੋਂ ਨਾਈਟ ਕਲੱਬ ਵਿੱਚ ਚਾਹੀਦਾ ਆ, ਉੱਥੇ ਹਰੇਕ ਜਾਣੇ ਨੇ ਟੇਬਲ ਤੇ ਤਾਂ ਬਹਿਣਾ ਨਹੀਂ, ਨਾ ਹੀ ਉਹਨਾਂ ਨੇ ਮਾਸਕ ਲਾਈ ਰੱਖਣੇ ਆ। ਸੋ ਇਸ ਕਰਕੇ ਨਾਈਟ ਕਲੱਬਸ ਐਂਡ ਜਿਮਸ ਵਿੱਚ ਵੀ ਜਿਹੜੇ ਵੀ ਪਰਸਨਲ ਟ੍ਰੇਨਰ ਦੇ ਨਾਲ ਸੀਗੇ ਉਹ ਡਿਫਰੈਂਟ ਹੁੰਦਾ ਆ, ਪਰ ਜਿਹੜੇ ਆਮ ਜਿਮ ਆ ਉੱਥੇ ਜਦੋਂ ਤੁਸੀਂ ਜਾਂਦੇ ਆ, ਸਾਰੇ ਜਦੋਂ ਐਕਸਰਸਾਈਜ਼ ਕਰਦੇ ਆ, ਹਰੇਕ ਆਪਣਾ ਮਾਸਕ ਨਹੀਂ ਲਾ ਕੇ ਰੱਖਦਾ, ਕਰਕੇ ਮੁਸ਼ਕਿਲ ਹੋ ਜਾਂਦਾ ਐਕਸਰਸਾਈਜ਼ ਕਰਨਾ। ਸੋ ਇਸ ਕਰਕੇ ਸਾਇੰਸ ਬੇਸਡ ਫੇਰ ਡਿਸੀਜਨ ਬਣਾਇਆ ਗਿਆ ਵੀ ਜਿਹਨਾਂ ਜਗ੍ਹਾ ਦੇ ਵਿੱਚ ਫੈਲਦਾ ਆ ਉੱਥੇ ਘੱਟ ਕੀਤਾ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ TV। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਖਾਸ ਮੁਲਾਕਾਤ ਹੋ ਰਹੀ ਹੈ MLA ਜਿਨੀ ਸਿਮਸ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ BC ਦੇ ਵਿੱਚ ਨਵੀਆਂ ਰਿਸਟ੍ਰਿਕਸ਼ਨਸ ਲੱਗ ਗਈਆਂ ਨੇ। ਪਹਿਲਾਂ ਰਿਸਟ੍ਰਿਕਸ਼ਨਸ ਲੱਗੀਆਂ ਸੀ ਕਿਉਂਕਿ ਅਸੀਂ ਦੇਖਿਆ ਕਿ ਵੀਕਐਂਡ ਦੇ ਉੱਤੇ 2500 ਤੋਂ ਉੱਤੇ ਕੇਸ, ਯਾਨੀ ਕਿ 3 ਦਿਨ ਦੇ ਵਿੱਚ 2500 ਤੋਂ ਉੱਤੇ ਕੇਸ ਰਿਪੋਰਟ ਹੋਏ ਨੇ। ਇਸੇ ਕਰਕੇ ਪਾਬੰਦੀਆਂ ਲਗਾਈਆਂ ਗਈਆਂ ਸੀ, ਪਰ ਪਾਬੰਦੀਆਂ ਦੇ ਵਿੱਚ ਥੋੜੀ ਅਪਡੇਟ ਕੀਤੀ ਗਈ। ਅਪਡੇਟ ਦੇ ਵਿੱਚ ਜਿੱਥੇ ਨਵੇਂ ਸਾਲ ਦੀਆਂ ਪਾਰਟੀਆਂ ਕੈਂਸਲ ਹੋਈਆਂ, ਸਪੋਰਟਸ ਕੈਂਸਲ ਹੋਈਆਂ, ਨਾਲ ਨਾਲ ਨਾਈਟ ਕਲੱਬਸ ਤੇ ਜਿਮਸ ਨੂੰ ਵੀ ਬੰਦ ਕਰ ਦਿੱਤਾ ਗਿਆ, ਇੱਕ ਬਬਲ ਦੇ ਵਿੱਚ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ। ਪਰ ਇਸ ਵਿਚਕਾਰ ਜਿਮ ਤੇ ਨਾਈਟ ਕਲੱਬ ਦੇ ਜਿਹੜੇ ਓਨਰ ਨੇ ਉਹ ਚਿੰਤਾ ਦੇ ਵਿੱਚ ਨੇ ਕਿ ਸਰਕਾਰ ਉਹਨਾਂ ਦੀ ਮਦਦ ਆਖਰ ਕਿਸ ਤਰ੍ਹਾਂ ਕਰੇਗੀ। ਤੇ ਨਾਲ ਨਾਲ ਅਸੀਂ ਜਦੋਂ ਕੋਵਿਡ ਦੇਖਦੇ ਹਾਂ ਤਾਂ ਕੋਵਿਡ ਦਾ ਪਸਾਰ ਲਗਾਤਾਰ ਜਾਰੀ ਹੈ, ਚਾਹੇ ਉਹ ਬੱਚਿਆਂ ਦੇ ਵਿੱਚ ਹੈ ਤੇ ਚਾਹੇ ਉਹ ਵੱਡਿਆਂ ਦੇ ਵਿੱਚ। ਉਸ ਬਾਬਤ ਸਰਕਾਰ ਕੀ ਕਰ ਰਹੀ ਹੈ ਤੇ ਨਾਲ ਨਾਲ ਫਲੱਡਿੰਗ ਦੇ ਉੱਤੇ ਵੀ ਥੋੜੀ ਬਹੁਤ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਸਵਾਗਤ ਕਰ ਲੈਂਦੇ ਆ MLA ਜਿਨੀ ਸਿਮਸ ਦਾ। ਜਿਨੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜਿਨੀ, ਜਿੱਦਾਂ ਅਸੀਂ ਦੇਖਿਆ ਆ ਕਿ ਰਿਸਟ੍ਰਿਕਸ਼ਨਸ BC ਦੇ ਵਿੱਚ ਲੱਗੀਆਂ ਨੇ, ਮਿਕਸ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ, ਖਾਸ ਕਰਕੇ ਹੁਣ ਇਸ ਟਾਈਮ ਦੇ ਉੱਤੇ ਜਦੋਂ ਕ੍ਰਿਸਮਸ ਤੇ ਨਿਊ ਈਅਰ ਦਾ ਟਾਈਮ ਹੈ ਤੇ ਪਾਬੰਦੀਆਂ ਲੱਗ ਗਈਆਂ ਨੇ। ਤੁਸੀਂ ਕੀ ਕਹੋਗੇ? ਦੇਖੋ, ਜਿਹੜਾ ਓਮਿਕਰੋਨ ਇਸ ਵਕਤ ਫੈਲ ਰਿਹਾ ਆ ਸਿਰਫ BC ਦੇ ਵਿੱਚ ਨਹੀਂ, ਕੈਨੇਡਾ ਦੇ ਵਿੱਚ ਤੁਸੀਂ ਦੇਖੋ, ਕਬੈਕ ਵਿੱਚ, ਓਨਟਾਰੀਓ ਵਿੱਚ, ਸਸਕੈਚੂਅਨ ਵਿੱਚ, ਹਰੇਕ ਪ੍ਰੋਵਿੰਸ ਦੇ ਵਿੱਚ ਪਾਬੰਦੀਆਂ ਲੱਗ ਰਹੀਆਂ ਆ। ਸਿਰਫ ਸਾਡੀਆਂ ਪ੍ਰੋਵਿੰਸਿਸ ਵਿੱਚ ਨਹੀਂ, ਯੂਨਾਈਟਿਡ ਸਟੇਟਸ ਵੱਲ ਨੂੰ ਦੇਖ ਲਓ, ਆਪਾਂ ਇਜ਼ਰਾਈਲ ਨੂੰ ਦੇਖੀਏ, UK ਨੂੰ ਦੇਖੀਏ, ਯੂਰੋਪੀਅਨ ਕੰਟਰੀਜ਼ ਨੂੰ ਦੇਖੀਏ, ਬਹੁਤ ਸਾਰੀਆਂ ਸਾਡੇ ਨਾਲੋਂ ਵੀ ਜ਼ਿਆਦਾ ਸਖਤ ਪਾਬੰਦੀਆਂ ਉਹਨਾਂ ਮੁਲਕਾਂ ਵਿੱਚ ਲੱਗ ਗਈਆਂ ਆ। ਇਜ਼ਰਾਈਲ ਨੇ ਤਾਂ ਦੂਸਰੇ ਲੋਕ ਵੀ ਜਾ ਹੀ ਨਹੀਂ ਸਕਦੇ ਉੱਥੋਂ ਇਸ ਵਕਤ, ਬਾਹਰਲੇ ਮੁਲਕਾਂ ਦੇ ਵਿੱਚੋਂ। ਆਪਾਂ ਨੂੰ ਵੀ ਪਾਬੰਦੀਆਂ ਲਾਉਣੀਆਂ ਪਈਆਂ ਆ। ਦੇਖੋ, ਇਹ ਜਿਹੜਾ ਵਾਇਰਸ ਹੈਗਾ ਆ, ਇਹ ਵਾਇਰਸ ਨਹੀਂ ਪਛਾਣਦਾ ਜਦੋਂ ਵਿਸਾਖੀ ਆਉਂਦੀ ਆ, ਜਾਂ ਦੀਵਾਲੀ ਆਉਂਦੀ ਆ, ਜਾਂ ਜਦੋਂ ਈਦ ਆਉਂਦੀ ਆ, ਤੇ ਜਾਂ ਜਦੋਂ ਕ੍ਰਿਸਮਸ ਜਾਂ ਈਸਟਰ ਆਉਂਦੀ ਆ। ਇਹ ਵਾਇਰਸ ਕਾਫੀ ਫੈਲ ਰਿਹਾ ਆ। ਇਹ ਵੇਰੀਐਂਟ ਹੈਗਾ ਆ
ਇਹ ਵੀ ਪਤਾ ਆ ਵੀ ਇਹ ਜਿਹੜਾ ਵਾਇਰਸ ਹੈਗਾ ਆ ਇਹ ਜਿਹੜਾ ਨੂੰ ਡਬਲ ਵੈਕਸੀਨੇਟਡ ਉਹਨਾਂ ਨੂੰ ਵੀ ਹੋ ਰਿਹਾ ਆ ਤੇ ਜਿਹੜੇ ਨਹੀਂ ਵੈਕਸੀਨੇਟਡ ਉਹਨਾਂ ਦੇ ਵਿੱਚ ਵੀ ਜ਼ਿਆਦਾ ਫੈਲ ਰਿਹਾ ਹੈ ਜੀ। ਜਿਹੜਾ ਡੈਲਟਾ ਵੇਰੀਐਂਟ ਆਇਆ ਸੀਗਾ ਉਹਦੇ ਤੋਂ ਲੋਕ ਬਹੁਤ ਡਰ ਗਏ ਸੀਗੇ, ਪਰ ਉਹ ਫੈਲਿਆ ਜ਼ਰੂਰ, ਪਰ ਉਹ ਇੰਨਾ ਨਹੀਂ ਸੀ ਫੈਲਦਾ ਇੰਨੀ ਜਲਦੀ ਦੇ ਨਾਲ ਜਿੰਨਾ ਇਹ ਵੇਰੀਐਂਟ ਫੈਲ ਰਿਹਾ ਹੈ। ਇਸ ਕਰਕੇ ਨੰਬਰਾਂ ਵੱਲ ਨੂੰ ਦੇਖ ਕੇ, ਦੂਸਰੇ ਮੁਲਕਾਂ ਦਾ ਡੇਟਾ ਦੇਖ ਕੇ ਮੈਨੂੰ ਬਹੁਤ ਗਰਵ ਹੈਗਾ ਆ ਵੀ ਸਾਡੇ ਪਬਲਿਕ ਹੈਲਥ ਆਫਿਸਰ ਡਾਕਟਰ ਬੋਨੀ ਹੈਨਰੀ ਨੇ ਫਿਰ ਸਾਇੰਸ ਬੇਸਡ ਤੇ ਡਿਸੀਜਨਸ ਲਏ ਨੇ ਜੀ। ਥੋੜੀਆਂ ਪਾਬੰਦੀਆਂ ਪਹਿਲਾਂ ਪਿਛਲੇ ਹਫਤੇ ਕਰ ਦਿੱਤੀਆਂ ਸੀਗੀਆਂ ਜਿਹੜੀਆਂ ਲਾਗੂ ਮੰਡੇ ਹੋਈਆਂ ਸੀਗੀਆਂ ਜੀ, ਪਰ ਬਾਕੀ ਹੋਰ ਕੱਲ ਐਲਾਨ ਕੀਤੀਆਂ ਗਈਆਂ। ਉਹਨਾਂ ਦਾ ਦੁੱਖ ਹਰੇਕ ਇਨਸਾਨ ਨੂੰ ਹੈਗਾ ਆ। ਡਾਕਟਰ ਬੋਨੀ ਹੈਨਰੀ ਵੀ ਨਹੀਂ ਕਰਨਾ ਚਾਹੁੰਦੀ ਸੀਗੀ ਵੀ ਹੋਰ ਪਾਬੰਦੀਆਂ ਹੋਣ, ਨਾ ਐਡਰੀਅਨ ਡਿਕਸ, ਨਾ ਕੋਈ ਸਰਕਾਰ ਦੇ ਵਿੱਚ, ਤੇ ਨਾ ਜਿਹੜੇ BC ਵਿੱਚ ਰਹਿਣ ਵਾਲੇ ਆ ਤੇ ਬਾਕੀ ਜਗ੍ਹਾ ਦੇ ਵਿੱਚ ਰਹਿਣ ਵਾਲੇ ਆ। ਪਰ ਤੁਸੀਂ ਵੀਕਐਂਡ ਤੇ ਨੰਬਰਾਂ ਦੀ ਗੱਲ ਕੀਤੀ ਸੀਗੀ, ਕੱਲ ਇੱਕ ਦਿਨ ਦੇ ਵਿੱਚ 1300 ਤੋਂ ਉੱਪਰ ਸਭ ਤੋਂ ਵੱਡਾ ਨੰਬਰ ਇੱਕ ਦਿਨ ਦਾ BC ਦੇ ਵਿੱਚ ਕੋਵਿਡ ਦਾ ਨਿਕਲਿਆ। ਉਹਦੇ ਵਿੱਚੋਂ ਆਪਾਂ ਨੂੰ ਇਹ ਜ਼ਰੂਰ ਪਤਾ ਆ ਫੈਲ ਅਕ੍ਰੋਸ ਦਾ ਬੋਰਡ ਰਿਹਾ ਆ, ਪਰ ਜਿਹੜੇ ਡਬਲ ਵੈਕਸੀਨੇਟਡ ਹੈਗੇ ਆ, ਫੁੱਲੀ ਵੈਕਸੀਨੇਟਡ ਹੈਗੇ ਆ, ਉਹਨਾਂ ਦੇ ਵਿੱਚ ਹਸਪੀਟਲਾਈਜੇਸ਼ਨ ਘੱਟ ਹੁੰਦਾ ਆ, ਉਹਨਾਂ ਨੂੰ ਹੋ ਜਾਂਦਾ ਹੈ ਪਰ ਹਾਲੇ ਤੱਕ ਲੱਗਦਾ ਆ ਵੀ ਉਹਨਾਂ ਤੇ ਇੰਨਾ ਭਾਰਾ ਅਸਰ ਨਹੀਂ। ਆਪਾਂ ਰੋਜ਼ ਇਸ ਵਾਇਰਸ ਦੇ ਬਾਰੇ ਕੁਛ ਨਾ ਕੁਛ ਲਰਨ ਕਰ ਰਹੇ ਆ, ਪਰ ਜਿਸ ਤਰ੍ਹਾਂ ਨੰਬਰ ਦੂਸਰੇ ਮੁਲਕਾਂ ਚੋਂ ਆ ਰਹੇ ਆ, ਜੇ ਤੁਹਾਡੀ ਡਬਲ ਵੈਕਸੀਨ ਲੱਗੀ ਆ ਤੁਹਾਨੂੰ no symptoms, mild symptoms ਹੋ ਸਕਦੇ ਆ, ਪਰ absolute severity ਜਿਸ ਤਰ੍ਹਾਂ ਅਨਵੈਕਸੀਨੇਟਡ ਨੂੰ ਹੋ ਰਹੀ ਆ, ਹਸਪੀਟਲਾਈਜੇਸ਼ਨ, ਉਹਨਾਂ ਨੰਬਰਾਂ ਵਿੱਚ ਕਾਫੀ ਫਰਕ ਹੈਗਾ ਆ। ਇਸ ਕਰਕੇ ਸਾਰਿਆਂ ਦੇ ਮੂਹਰੇ ਇਹੀ ਬੇਨਤੀ ਆ, ਪਲੀਜ਼ ਜਾ ਕੇ ਆਪਣੀ ਵੈਕਸੀਨ ਲਵਾਵੋ। ਬਿਲਕੁਲ ਜੀ। ਬੂਸਟਰ ਡੋਜ਼ਸ ਦੀ ਵੀ ਗੱਲ ਕੀਤੀ ਜਾ ਰਹੀ ਹੈ। ਇਹ ਵਾਇਰਸ ਜਿਹਨੀ ਉਹਨਾਂ ਨੂੰ ਵੀ ਹੋ ਰਿਹਾ ਜਿਨ੍ਹਾਂ ਦੇ ਡਬਲ ਵੈਕਸੀਨ ਤੋਂ ਬਾਅਦ ਬੂਸਟਰ ਡੋਜ਼ ਵੀ ਲੱਗੀ ਹੋਈ ਹੈ। ਸੋ ਇਹ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ, ਇਸੇ ਕਰਕੇ ਕਿਹਾ ਜਾ ਰਿਹਾ ਕਿ ਰਿਸਟ੍ਰਿਕਸ਼ਨਸ ਲੱਗੀਆਂ ਨੇ। ਪਰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਨੇ ਉਹ ਖੁੱਲ੍ਹੇ ਨੇ, ਉਹਦੇ ਵਿੱਚ ਰੀਟੇਲ ਸਟੋਰ ਖੁੱਲ੍ਹੇ ਨੇ, ਉਹਨਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਅਸੀਂ ਪਾਬੰਦੀਆਂ ਦੇਖੀਆਂ ਕਿ 6 ਜਣਿਆਂ ਤੋਂ ਉੱਤੇ ਜਿਹੜੇ ਇੱਕ ਟੇਬਲ ਦੇ ਉੱਤੇ ਨਹੀਂ ਬੈਠ ਸਕਦੇ। ਪਰ ਨਾਈਟ ਕਲੱਬਸ ਤੇ ਜਿਮਸ ਦੇ ਜਿਹੜੇ ਮਾਲਕ ਨੇ ਉਹ ਬਹੁਤ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਨੇ ਤੇ ਨਾਲ ਨਾਲ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਉਹਨਾਂ ਦੀ ਮਦਦ ਕਰੇਗੀ ਜਿੰਨਾ ਟਾਈਮ ਦੇ ਉੱਤੇ ਇਹ ਪਾਬੰਦੀਆਂ ਨੇ, ਕਿਉਂਕਿ 16 ਤਰੀਕ ਤੱਕ ਇਹ ਬੰਦ ਰੱਖਣ ਨੂੰ ਕਿਹਾ ਗਿਆ ਜੀ। ਮਿਨਿਸਟਰ ਖਾਲੋਨ ਜਿਹੜਾ ਜੌਬਸ ਦੀ ਮਿਨਿਸਟਰ ਹੈਗੇ ਨੇ, ਉਹ ਇਹ ਸਭ ਕੁਝ ਪ੍ਰੋਗਰਾਮ ਬਣਾ ਰਹੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਬਿਜ਼ਨੈਸਿਸ ਦਾ ਸਖਤ ਘਾਟਾ ਹੋਣਾ ਆ ਵੀ ਉਹਦੀ ਥੋੜੀ ਮਦਦ ਕਰੀ ਜਾਣ, ਜਿੰਨੀ ਸਰਕਾਰ ਕਰ ਸਕੂਗੀ। ਪਹਿਲਾਂ ਵੀ ਕੀਤੀ ਆ, ਹੁਣ ਗਾਂ ਵੀ ਕਰੂਗੀ। ਦੇਖੋ, ਰੈਸਟੋਰੈਂਟਸ ਦੇ ਵਿੱਚ 6 ਜਣੇ ਇੱਕ ਟੇਬਲ ਤੇ ਬੈਠ ਸਕਦੇ ਆ, ਟੇਬਲ ਤੋਂ ਉੱਠ ਕੇ ਦੂਸਰੇ ਟੇਬਲ ਤੇ ਨਹੀਂ ਜਾ ਸਕਦੇ। ਜਦੋਂ ਉੱਠ ਕੇ ਬਾਹਰ ਆਉਣਾ ਜਾਂ ਅੰਦਰ ਜਾਣਾ ਆ, ਯੂ ਹੈਵ ਟੂ ਵੇਅਰ ਅ ਮਾਸਕ। ਅਸੀਂ ਦੇਖਿਆ ਆ ਵੀ ਪਿਛਲੇ ਕਈ ਮਹੀਨਿਆਂ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਬਹੁਤ ਘੱਟ ਫੈਲਿਆ ਆ, ਇਸ ਕਰਕੇ ਉਹਦੇ ਉੱਪਰ ਵੀ ਜ਼ਿਆਦਾ ਪਾਬੰਦੀਆਂ ਫੇਰ ਵੀ ਲੱਗੀਆਂ ਗਈਆਂ। ਜਦੋਂ ਨਾਈਟ ਕਲੱਬ ਵਿੱਚ ਚਾਹੀਦਾ ਆ, ਉੱਥੇ ਹਰੇਕ ਜਾਣੇ ਨੇ ਟੇਬਲ ਤੇ ਤਾਂ ਬਹਿਣਾ ਨਹੀਂ, ਨਾ ਹੀ ਉਹਨਾਂ ਨੇ ਮਾਸਕ ਲਾਈ ਰੱਖਣੇ ਆ। ਸੋ ਇਸ ਕਰਕੇ ਨਾਈਟ ਕਲੱਬਸ ਐਂਡ ਜਿਮਸ ਵਿੱਚ ਵੀ ਜਿਹੜੇ ਵੀ ਪਰਸਨਲ ਟ੍ਰੇਨਰ ਦੇ ਨਾਲ ਸੀਗੇ ਉਹ ਡਿਫਰੈਂਟ ਹੁੰਦਾ ਆ, ਪਰ ਜਿਹੜੇ ਆਮ ਜਿਮ ਆ ਉੱਥੇ ਜਦੋਂ ਤੁਸੀਂ ਜਾਂਦੇ ਆ, ਸਾਰੇ ਜਦੋਂ ਐਕਸਰਸਾਈਜ਼ ਕਰਦੇ ਆ, ਹਰੇਕ ਆਪਣਾ ਮਾਸਕ ਨਹੀਂ ਲਾ ਕੇ ਰੱਖਦਾ, ਕਰਕੇ ਮੁਸ਼ਕਲ ਹੋ ਜਾਂਦਾ ਐਕਸਰਸਾਈਜ਼ ਕਰਨ। ਸੋ ਇਸ ਕਰਕੇ ਸਾਇੰਸ ਬੇਸਡ ਫੇਰ ਡਿਸੀਜਨ ਬਣਾਇਆ ਗਿਆ ਵੀ ਜਿਨ੍ਹਾਂ ਜਗ੍ਹਾ ਦੇ ਵਿੱਚ ਫੈਲਦਾ ਆ ਉੱਥੇ ਘੱਟ ਕੀਤਾ ਗਿਆ। ਨੋ ਸੋਸ਼ਲ ਗੈਦਰਿੰਗਸ, ਨੋ ਸੋਸ਼ਲ ਗੈਦਰਿੰਗਸ, ਨਾ ਘਰਾਂ ਦੇ ਵਿੱਚ ਤੇ ਨਾ ਆਰਗੇਨਾਈਜ਼ਡ ਇਵੈਂਟਸ ਹਾਲਾਂ ਦੇ ਵਿੱਚ ਐਟਸੈਟਰਾ। ਘਰ ਦੇ ਵਿੱਚ ਜੇ ਤੁਸੀਂ ਇਕੱਠੇ ਹੋਣਾ ਆ, ਇੱਕ ਹੋਰ ਪਰਿਵਾਰ ਜਾਂ 10 or 10 people, that's it, no more than that। ਉਹ ਵੀ ਇਹ ਨਹੀਂ ਵੀ ਮੰਡੇ ਨੂੰ ਅਸੀਂ ਜੀ ਆਪਣੇ ਚਾਚੀ ਦੇ ਪਰਿਵਾਰ ਨੂੰ ਸੱਦ ਲੈਣਾ ਤੇ ਮੰਡੇ ਨੂੰ ਅਸੀਂ ਭੂਆ ਦੇ ਪਰਿਵਾਰ ਨੂੰ ਸੱਦ ਲਵਾਂਗੇ। ਇਹ ਵਾਇਰਸ ਹੈਗਾ ਆ, ਇਹ ਜਿਹੜੇ ਰੂਲਸ ਬਣਾਏ ਗਏ ਆ ਆਪਣੀ ਸੇਫਟੀ ਲਈ ਬਣਾਏ ਗਏ ਆ। ਬਹੁਤ ਸਾਰਿਆਂ ਨੇ ਆਪਣੇ ਪਲਾਨਸ ਚੇਂਜ ਕਰ ਦਿੱਤੇ ਆ। ਮੈਂ ਵੀ ਇੱਥੇ ਆਪਣੀ ਗ੍ਰੈਂਡ ਚਿਲਡਰਨਸ ਕੋਲ ਆਈ ਹਾਂ। ਅਸੀਂ ਸਿਰਫ ਗ੍ਰੈਂਡ ਚਿਲਡਰਨਸ ਨਾਲ ਹੀ ਆ, ਉੱਥੇ ਹੀ ਮੇਰਾ ਹਸਬੈਂਡ ਵੀ ਰਹਿੰਦਾ ਆ ਤੇ ਨਾਲ ਇਹ ਆ ਮੈਂ ਤੇ ਮੇਰਾ ਬੇਟਾ ਇੱਥੇ ਆ ਗਏ ਆ। ਦੈਟਸ ਆ ਸੋਸ਼ਲ ਸਰਕਲ। 2 ਜਾਣੇ ਅਸੀਂ ਵਾਧੂ ਇਸ ਘਰ ਦੇ ਵਿੱਚ ਆਏ ਆ, ਬੇਸ਼ੱਕ ਦੀ ਅਸੀਂ ਇੱਕ ਪਰਿਵਾਰ ਦੇ ਵਿੱਚੋਂ ਆ। ਸੋ ਆਪਾਂ ਨੂੰ ਇਹ ਧਿਆਨ ਰੱਖਣਾ ਪੈਣਾ ਆ, ਕਿਉਂਕਿ ਇਹ ਜਿਹੜਾ ਵਾਇਰਸ ਹੈਗਾ, ਇਹ ਨਹੀਂ ਸੋਚਣਾ ਵੀ ਇਹ ਨਵਾਂ ਸਾਲ ਆ ਗਿਆ ਆ ਵੀ ਇਸ ਕਰਕੇ ਜਾਂ ਕਿਸੇ ਦਾ ਜਨਮ ਦਿਨ ਆ ਜਾਂ ਕਿਸੇ ਨੇ ਫਰੈਂਡਸ ਨਾਲ ਇਕੱਠੇ ਹੋਣਾ ਆ। ਇਹ ਵਾਇਰਸ ਜਦੋਂ ਫੈਲਦਾ ਆ, ਜਿਹੜਾ ਉਹਦਾ ਅਸਰ ਹੁੰਦਾ ਆ, ਇਹ
ਬਹੁਤ ਵਧੀਆ ਨਹੀਂ ਲੱਗ ਰਿਹਾ ਗਾਂ ਲਈ। ਤੇ ਇਸ ਕਰਕੇ ਸਾਰਿਆਂ ਦੇ ਮੋਹਰੇ ਬੇਨਤੀ ਹੈਗੀ ਆ, ਕੋਈ ਖੁਸ਼ ਨਹੀਂ ਇਹ ਪਾਬੰਦੀਆਂ ਲਾ ਕੇ, ਕੋਈ ਖੁਸ਼ ਨਹੀਂ ਇਹ ਰਿਸਟ੍ਰਿਕਸ਼ਨਸ ਲਾ ਕੇ। ਇਹ ਵੀ ਤੁਹਾਨੂੰ ਸਾਰਿਆਂ ਨੂੰ ਕਿਹਾ ਗਿਆ ਜੇ ਟਰੈਵਲ ਵੀ ਕਰਨਾ ਇੰਟਰਨੈਸ਼ਨਲ essential services only, ਜੇ essential ਟਰੈਵਲ ਹੈਗਾ ਆ ਤੇ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਪੈਣਾ ਆ। ਦੇਖੋ ਸਰਕਾਰ ਸਿਰਫ ਆ ਜਿਹੜੇ ਪਾਬੰਦੀਆਂ ਲਾ ਸਕਦੀ ਹੈ, ਬਿਲਕੁਲ ਜੀ, ਪਰ ਜੇ ਅਸੀਂ ਸੋਚੀਏ ਕਿ ਅਸੀਂ ਪਾਬੰਦੀਆਂ ਨੂੰ ਨਹੀਂ ਮੰਨਣਾ, ਫਿਰ ਨੁਕਸਾਨ ਸਾਡੇ ਪਰਿਵਾਰ ਦਾ ਹੋਣਾ, ਸਾਡੇ ਦੋਸਤਾਂ ਮਿੱਤਰਾਂ ਦਾ ਹੋਣਾ ਤੇ ਸਾਡੇ ਸਮਾਜ ਦਾ ਹੋਣਾ ਹੈ। ਇਸ ਕਰਕੇ ਸਾਰਿਆਂ ਦੇ ਮੋਹਰੇ ਬੇਨਤੀ ਹੈਗੀ, 2 ਸਾਲ ਲੰਘ ਗਏ ਆ, ਚਲੋ ਆਪਾਂ ਇਸ ਵਾਇਰਸ ਕਰਕੇ, ਕਿਉਂਕਿ ਇਹ ਵਾਇਰਸ ਇਜ਼ ਅ ਸਟਰੋਂਗ ਵਾਇਰਸ, ਇਸ ਕਰਕੇ ਆਪਾਂ ਨੂੰ ਇਹਦੇ ਉੱਪਰ ਧਿਆਨ ਦੇਣਾ ਪੈਣਾ ਹੈ। ਬਿਲਕੁਲ। ਤੇ ਜਦੋਂ ਮੈਂ ਦੇਖਦੀ ਹਾਂ ਜੋ ਕੁਝ ਦੂਸਰੇ ਮੁਲਕਾਂ 'ਚ ਹੋ ਰਿਹਾ ਆ, ਆਪਣੇ ਇੱਥੇ ਹਾਲੇ ਉਦਾਂ ਦੀਆਂ ਪਾਬੰਦੀਆਂ ਨਹੀਂ ਲੱਗੀਆਂ। ਜੇ ਹੁਣ ਆਪਾਂ ਸੰਭਾਲ ਲਈਏ ਫਿਰ ਹੋਰ ਪਾਬੰਦੀਆਂ ਨਾ ਲੱਗਣਗੀਆਂ, ਜੇ ਆਪਾਂ ਨਾ ਸੰਭਾਲਿਆ ਫਿਰ ਆਪਾਂ ਨੂੰ ਪਤਾ ਨਹੀਂ ਵੀ ਗਾਂ ਡਾਕਟਰ ਬੌਨੀ ਹੈਨਰੀ ਕਿੱਦਾਂ ਮਜਬੂਰ ਹੋ ਜਾਊਗੀ। ਅਸੀਂ ਪਿਛਲੀ ਵਾਰ ਦੇਖਿਆ ਸੀ ਜਿਨੀ ਜਦੋਂ ਇਹ ਰਿਸਟ੍ਰਿਕਸ਼ਨਸ ਲੱਗੀਆਂ ਸੀ ਤੇ ਪਹਿਲਾਂ ਤਾਂ ਫਾਈਨ ਨਹੀਂ ਲਗਾਏ ਗਏ ਸੀ, ਪਰ ਜਦੋਂ ਨਹੀਂ ਰੋਕ ਹਟੇ ਤੇ ਉਦੋਂ ਫਾਈਨ ਵੀ ਲਗਾਉਣੇ ਪਏ ਸੀਗੇ ਕਿ ਜੇ ਕੋਈ ਕਿਸੇ ਦੇ ਘਰ ਜਾਂਦਾ ਦੇਖਿਆ ਜਾਂਦਾ ਜਾਂ ਕੰਪਲੇਂਟ ਫਾਈਲ ਕੀਤੀ ਜਾਂਦੀ ਹੈ ਤਾਂ ਜੁਰਮਾਨੇ ਭਰਨੇ ਪੈ ਸਕਦੇ ਆ, ਜਿਹੜੇ ਘਰ ਦੇ ਵਿੱਚ ਗਏ ਆ ਉਹਨਾਂ ਨੂੰ ਵੀ ਤੇ ਜਿਹੜੇ ਪਾਰਟੀ ਹੋਸਟ ਕਰ ਰਹੇ ਆ ਉਹਨਾਂ ਨੂੰ ਵੀ। ਪਰ ਇਸ ਵਾਰ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਸਾਹਮਣੇ ਨਹੀਂ ਆਈ, ਪਰ ਜੇ ਹੋ ਸਕਦਾ ਕਿ ਪਾਰਟੀਆਂ ਹੁੰਦੀਆਂ ਰਹੀਆਂ ਜਾਂ ਲੋਕ ਜਿਹੜੇ ਉਹ ਕਹਿੰਦੇ ਕਿ ਅਸੀਂ ਵੈਕਸੀਨੇਟਡ ਹੈਗੇ ਆ, ਜਿਹੜੇ ਸਾਡੇ ਘਰ ਦੇ ਵਿੱਚ ਆ ਰਹੇ ਨੇ ਉਹ ਵੀ ਵੈਕਸੀਨੇਟਡ ਹੈਗੇ ਨੇ, ਉਹ ਜੇ ਪਾਰਟੀਆਂ ਇਸ ਤਰ੍ਹਾਂ ਗੈਦਰਿੰਗ ਕਰਦੇ ਆ ਕਿ ਉਹਨਾਂ ਨੂੰ ਅੱਗੇ ਜਾ ਕੇ ਜੁਰਮਾਨੇ ਲੱਗ ਸਕਦੇ? ਦੇਖੋ ਵੈਕਸੀਨੇਟਡ ਹਰੇਕ ਘਰ ਦੇ ਵਿੱਚ ਐਵਰੀ ਇਨਸਾਨ ਵੈਕਸੀਨੇਟਡ ਨਹੀਂ ਹੋ ਸਕਦਾ, ਕਰਕੇ ਜਿਹੜੇ ਬੱਚੇ ਆ ਉਹ ਹਾਲੇ ਵੈਕਸੀਨੇਟਡ ਨਹੀਂ ਹੋਏ। ਇੱਕ ਮੈਂ ਇਹ ਵੀ ਕਹੂੰਗੀ ਜਿਹੜੀ ਵੈਕਸੀਨੇਸ਼ਨ ਆ ਉਹਦੀ ਜਿਹੜੀ ਇਫੈਕਟਿਵਨੈਸ ਹੁੰਦੀ ਆ ਰਿਡਿਊਸਡ ਹੋ ਜਾਂਦੀ ਆ ਵਕਤ ਦੇ ਸਾਥ-ਸਾਥ। ਸੋ ਇਸ ਕਰਕੇ ਆਪਣੇ ਕੋ ਉਹ ਜਿਹੜੀ ਹੈਗੀ ਆ ਇਮਿਊਨ ਸਿਸਟਮ ਹੈ ਨਹੀਂਗੀ, ਇਮਿਊਨ ਸਿਸਟਮ ਵੀਕਨਡ ਹੋਈ ਆ। ਇਸ ਕਰਕੇ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣੀ ਆ, ਡਬਲ ਵੈਕਸੀਨੇਟਡ or not, ਜੇ ਕੋਈ ਅਨਵੈਕਸੀਨੇਟਡ ਆ ਫਿਰ ਆਪਾਂ ਉਹਨਾਂ ਨਾਲ ਤਾਂ ਇਕੱਠੇ ਹੋ ਹੀ ਨਹੀਂ ਸਕਦੇ। ਜੇ ਤੁਸੀਂ ਡਬਲ ਵੈਕਸੀਨੇਟਡ ਹੈਗੇ ਆ, you can get together with up to 10 in your own household, up to 10, not 10 ਤੇ ਹੋਰ, up to 10, that is allowed। ਜੇ ਆਪਾਂ ਸੋਚੀਏ ਵੀ ਅਸੀਂ ਹੈਲਥ ਆਰਡਰਸ ਫੇਰ ਹੀ ਫੋਲੋ ਕਰਨੇ ਆ, ਜੇ ਸਾਡੇ ਸਿਰ ਦੇ ਉੱਪਰ ਤਲਵਾਰ ਖੜੀ ਹੋਊਗੀ, ਉਹ ਸਰਕਾਰ ਪੂਰੀ ਕੋਸ਼ਿਸ਼ ਕਰਦੀ ਆ ਵੀ ਲੋਕ ਸਮਝਦਾਰ ਹੈਗੇ ਆ, ਉਹ ਰੂਲਸ ਫੋਲੋ ਕਰਨਗੇ। ਪਰ ਇੱਕੋ ਹੀ ਬੇਨਤੀ ਹੈਗੀ ਸਾਰਿਆਂ ਦੇ ਮੋਹਰੇ, ਜੇ ਤੁਸੀਂ ਆਪਣੇ ਲਈ ਨਹੀਂ ਕਰਨਾ ਇੱਕ ਦੂਸਰੇ ਲਈ ਕਰੋ। ਮੈਂ ਇਹ ਦੇਖਿਆ ਵੀ ਜਿਨ੍ਹਾਂ ਦੇ ਘਰ ਕੋਵਿਡ ਆ ਜਾਂਦਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੇਖੋ ਵੀ ਉਹਨਾਂ ਲਈ ਕਿੰਨੀਆਂ ਮੁਸ਼ਕਲਾਂ ਆ ਜਾਂਦੀਆਂ ਆ, ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਲੌਂਗ ਟਰਮ ਇੰਪੈਕਟ ਕੀ ਹੋਣੀ ਆ। ਸਾਡੇ ਘਰ ਦੇ ਵਿੱਚ ਸਾਡੀ ਜਿਹੜੀ 4 ਸਾਲ ਦੀ ਮੇਰੀ ਪੜਦੋਤੀ ਹੈਗੀ ਆ, ਉਹਦੇ ਵੈਕਸੀਨ ਨਹੀਂ ਲੱਗੀ। ਸਾਨੂੰ ਸਭ ਤੋਂ ਜ਼ਿਆਦਾ ਉਹਦਾ ਧਿਆਨ ਵੀ ਰੱਖਣਾ ਪੈਣਾ ਹੈ। ਬਿਲਕੁਲ। ਤੇ ਇਸ ਕਰਕੇ ਸਾਰਿਆਂ ਨੂੰ ਇੱਕੋ ਗੱਲ ਕਹਿਣੀ ਆ, ਮੈਨੂੰ ਪਤਾ ਆ ਔਖਾ ਹੈਗਾ ਆ, ਪਰ ਆਪਾਂ ਬਹੁਤ ਸਾਰੇ ਦਿਨ ਮਨਾਏ ਆ ਪਿਛਲੇ 2 ਸਾਲਾਂ ਦੇ ਵਿੱਚ ਇਮੀਡੀਏਟ ਫੈਮਿਲੀ ਦੇ ਨਾਲ, ਛੋਟੇ ਜਿਹੇ ਗਰੁੱਪਸ ਦੇ ਵਿੱਚ। ਇਸ ਤਰ੍ਹਾਂ ਹੀ ਇਸ ਸਾਲ ਵੀ ਆਪਾਂ ਇਸ ਤਰੀਕੇ ਦੀ ਕ੍ਰਿਸਮਸ ਮਨਾਈਏ ਤੇ ਗਾਂ ਵੀ ਇਹੀ ਸਾਰੇ ਵੀ ਉਮੀਦ ਰੱਖਦੇ ਆ ਵੀ ਵਧੀਆ ਦਿਨ ਆ ਜਾਣਗੇ, ਇਸ ਵਾਇਰਸ ਨੂੰ ਆਪਾਂ ਫੇਰ ਕਾਬੂ ਕਰ ਸਕਾਂਗੇ। ਜਿਸ ਤਰ੍ਹਾਂ ਸਾਰੀ ਜਗ੍ਹਾ ਦੇ ਵਿੱਚ ਵੈਕਸੀਨ ਲੱਗੀ ਜਾਊਗੀ, ਦੂਸਰੇ ਮੁਲਕਾਂ ਦੇ ਵਿੱਚ ਵੀ ਆ ਜਿਹੜੇ ਸਟਰੋਂਗ ਵੇਰੀਐਂਟ ਆ ਫਿਰ ਉਹ ਕੰਮ ਬਣਨਗੇ। ਬਿਲਕੁਲ। ਜਿਨੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬੱਚਿਆਂ ਦੇ ਵੈਕਸੀਨ ਅਜੇ ਨਹੀਂ ਲੱਗੀ, ਅਜੇ 4 ਸਾਲ ਤੱਕ ਦੇ ਬੱਚਿਆਂ ਦੇ ਤਾਂ ਪਤਾ ਹੀ ਨਹੀਂ ਕਦੋਂ ਲੱਗਣੀ ਆ ਜਾਂ ਨਹੀਂ ਲੱਗਣੀ, ਪਰ 5 ਤੋਂ 11 ਸਾਲ ਦੇ ਬੱਚਿਆਂ ਦੀ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਸੋ 5 ਤੋਂ 11 ਸਾਲ ਦੇ ਬੱਚੇ ਜਿਹੜੇ ਨੇ ਉਹ ਟਰਾਈ ਕਰ ਰਹੇ ਨੇ ਉਹਨਾਂ ਦੇ ਪੇਰੈਂਟਸ ਕਿ ਉਹਨਾਂ ਦੀ ਵੈਕਸੀਨ ਲਗਵਾਈ ਜਾਵੇ, ਉਹਨਾਂ ਦੀ ਅਪਾਇੰਟਮੈਂਟਸ ਬਣਾਈਆਂ ਜਾਣ, ਪਰ ਲੋਕ ਕੁਝ ਨਾਰਾਜ਼ ਨਜ਼ਰ ਆ ਰਹੇ ਨੇ ਸਰਕਾਰ ਤੋਂ। ਕਹਿੰਦੇ ਨੇ ਕਿ ਜੇ ਅਸੀਂ ਅੱਜ ਬੁੱਕ ਕਰਾਉਂਦੇ ਹਾਂ ਤਾਂ ਸਾਨੂੰ 1 ਮਹੀਨਾ ਬਾਅਦ ਜਿਹੜੀ ਅਪਾਇੰਟਮੈਂਟ ਮਿਲਦੀ ਹੈ, ਕਿਉਂਕਿ ਹੁਣ ਛੁੱਟੀਆਂ ਬੱਚਿਆਂ ਦੀਆਂ ਸਕੂਲਾਂ ਦੇ ਵਿੱਚ ਚੱਲ ਰਹੀਆਂ ਨੇ। ਸੋ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਸੀ ਕਿ ਬੱਚਿਆਂ ਦੀ ਇਹ ਵੈਕਸੀਨ ਆ ਜਿਹੜੀ ਛੁੱਟੀਆਂ ਦੇ ਵਿੱਚ ਲੱਗ ਜਾਵੇ, ਪਰ ਉਹ ਕਹਿੰਦੇ ਕਿ ਸਾਨੂੰ ਟਾਈਮ ਨਹੀਂ ਮਿਲ ਰਿਹਾ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਲਦ ਤੋਂ ਜਲਦ ਟੀਕਾ ਲਗਵਾਇਆ ਜਾਵੇ ਤੇ ਦੂਜੇ ਪਾਸੇ ਸਾਨੂੰ ਵੇਟ ਕਰਨਾ ਪੈ ਰਿਹਾ। ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ ਪਿਛਲੇ ਹਫਤੇ ਜਦੋਂ ਮੈਂ ਬੂਸਟਰ ਲਵਾਉਣ ਗਈ ਸੀਗੀ, ਕਾਫੀ ਸਲੌਟਸ ਹਾਲੇ ਖਾਲੀ ਸੀਗੇ। ਸੋ ਆਪਾਂ ਵਾਜੇ ਵੇਲੇ ਸੋਚੀਦਾ ਵੀ ਐਨ ਐਂਡ ਤੱਕ ਵੇਟ ਕਰ ਲਿਆ ਵੀ ਹੁਣ ਛੁੱਟੀਆਂ ਵਿੱਚ ਹੀ ਲਵਾਵਾਂਗੇ, ਆਪਾਂ ਪਹਿਲਾਂ ਬੱਚਿਆਂ ਦੇ ਨਹੀਂ ਲਵਾਇਆ ਉਦੋਂ ਜਦੋਂ ਸਲੌਟ ਖਾਲੀ ਸੀਗੇ। ਤੇ ਹੁਣ ਪੂਰੀ ਕੋਸ਼ਿਸ਼ ਕਰ ਰਹੇ ਆ ਇਨ ਜਨਵਰੀ ਟੂ ਰੈਂਪ ਅਪ ਵੈਕਸੀਨਸ। ਪਰ ਆਪਾਂ ਨੂੰ ਪਤਾ ਜਿਹੜਾ ਸਾਡਾ ਹੈਲਥ ਕੇਅਰ ਸਟਾਫ ਆ
ਉਹ ਵੀ ਬਹੁਤ ਹੀ ਜਿੱਦਾਂ ਤੁਸੀਂ ਸਮਝ ਲਓ ਪਿਛਲੇ 2 ਸਾਲ ਉਹਨਾਂ ਲਈ ਬਹੁਤ ਔਖੇ ਆ, ਨਾਈਟ ਐਂਡ ਡੇ ਕੰਮ ਕਰ ਰਹੇ ਆ ਛੁੱਟੀਆਂ ਕਰਕੇ ਉਹਨਾਂ ਨੇ ਵੀ ਟਾਈਮ ਆਫ ਥੋੜਾ ਕੁ ਲੈਣਾ ਆ। ਸੋ ਇਹ ਜਿਹੜੀ ਜਨਵਰੀ ਦੇ ਵਿੱਚ ਫਿਰ ਰੈਂਪਿੰਗ ਅਪ ਹੋ ਜਾਣੀ ਆ, ਹੋਰ ਸਪੌਟਸ ਖੁੱਲਣਗੇ, ਬੂਸਟਰ ਦੇ ਵੀ ਹੁਣ ਹੋਈ ਜਾਂਦੇ ਆ, ਉਹ ਤਾਂ ਆਪਾਂ ਏਜ ਦੇ ਹਿਸਾਬ ਦੇ ਨਾਲ ਲਾਈ ਜਾਂਦੇ, ਇਸ ਕਰਕੇ ਕੰਟਰੋਲ ਹੈਗਾ ਆ। ਆਪਾਂ ਜਨਵਰੀ ਦੀ ਗੱਲ ਕਰਦੀ ਆ। ਅੱਜ ਮੈਂ ਸਵੇਰੇ ਸੁਣਦੀ ਸੀਗੀ CBC ਦੇ ਵਿੱਚ, ਪਤਾ ਨਹੀਂ ਕਿਹੜੇ ਸਟੇਸ਼ਨ ਤੇ ਸੀਗਾ, ਤੇ ਕਹਿੰਦੇ ਸੀਗੇ ਵੀ ਓਨਟਾਰੀਓ ਦੇ ਵਿੱਚ ਹੁਣ 4 ਮਹੀਨੇ ਵੇਟ ਕਰਨਾ ਪੈਂਦਾ ਆ ਵੈਕਸੀਨ ਲਵਾਉਣ ਨੂੰ। ਬੇਸ਼ੱਕ ਦੀ ਉਹਨਾਂ ਨੇ ਖੋਲ ਦਿੱਤੀ ਸੀਗੀ, ਪਰ ਫਿਰ ਵੀ ਇੱਥੇ extra spots, extra clinics will be set up. In Guildford there's going to be an extra walk-in clinic. ਰੋਜ਼ ਜਦੋਂ ਵੀ ਨਵੀਂ walk-in clinic ਹੁੰਦੀ ਆ ਅਸੀਂ ਅਨਾਉਂਸ ਕਰੀਦੀ ਆ। ਆਪਾਂ ਨੂੰ ਜਦੋਂ ਟਾਈਮ ਮਿਲੇ ਉਦੋਂ ਹੀ ਜਾਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਵੀ ਟਾਈਮ ਜਿਹੜਾ ਮਿਲੇ ਸਾਡੀ ਕਨਵੀਨੀਅੰਸ ਦੇ ਨਾਲ ਮਿਲੇ, ਰਾਈਟ? ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਐਮਟੀ ਸਪੌਟਸ ਰਹਿ ਜਾਣ, ਪਰ ਫਿਰ ਵੀ ਜੇ ਤੁਹਾਨੂੰ ਵੇਟ ਕਰਨਾ ਪੈਂਦਾ ਆ, ਇਟਸ ਵੈਰੀ ਬਿਜ਼ੀ ਟਾਈਮ ਕਰਕੇ ਵਿੱਚੇ ਹੀ ਬੂਸਟਰ ਲੱਗ ਰਹੇ ਆ ਤੇ ਵਿੱਚੇ ਜਿਹੜੀ ਫਰਸਟ ਐਂਡ ਸੈਕੰਡ ਵੈਕਸੀਨਸ ਵੀ ਹਾਲੇ ਲੱਗ ਰਹੀਆਂ। ਜਿਹਨੇ ਜਿੱਦਾਂ ਕਿਹਾ ਕਿ ਅੰਟੇਰੀਓ ਵਾਲਿਆਂ ਦੇ ਪਾਸੇ ਹੈ ਜਾਂ ਦੂਜੀਆਂ ਪ੍ਰੋਵਿੰਸਿਸ ਹੈਗੀਆਂ ਨੇ ਉਹਨਾਂ ਨੇ ਵੀ ਪਾਬੰਦੀਆਂ ਲਗਾਈਆਂ ਨੇ। ਹਾਲਾਂਕਿ ਕਿਊਬੈਕ ਦੇ ਵਿੱਚ ਸਕੂਲ ਜਿਹੜੇ ਨੇ ਉਹ 10 ਤਰੀਕ ਤੱਕ ਬੰਦ ਕਰ ਦਿੱਤੇ ਗਏ ਨੇ। ਹੁਣ ਅਸੀਂ ਇੱਥੇ BC 'ਚ ਵੀ ਦੇਖਿਆ ਕਿ ਜਿਹੜੇ ਨਵੇਂ ਕੇਸ ਆ ਰਹੇ ਨੇ ਉਹ 5 ਸਾਲ ਤੋਂ ਲੈ ਕੇ ਜਿਹੜੇ ਵੱਡੀ ਉਮਰ ਦੇ ਹੈਗੇ ਇਨਸਾਨ ਉਹਨਾਂ ਤੱਕ ਪਹੁੰਚ ਰਹੇ ਨੇ। ਕਿ ਅਸੀਂ ਜਦੋਂ BC ਦੇ ਵਿੱਚ ਇਹ ਐਗਜ਼ਾਮਪਲ ਸੈੱਟ ਕੀਤੀ ਸੀ ਕਿ ਬੱਚੇ ਜਿਹੜੇ ਸਕੂਲ ਜਾ ਰਹੇ ਸੀ, ਕਿਉਂਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਸਮਝਾਇਆ ਜਾ ਸਕਦਾ, ਉਹਨਾਂ ਨੂੰ ਦੱਸਿਆ ਜਾ ਸਕਦਾ, ਮਾਸਕ ਲਗਾਏ ਗਏ, ਸੋ ਬਹੁਤ ਸਾਰੀਆਂ ਚੀਜ਼ਾਂ ਕਰਕੇ ਸਕੂਲ ਖੁੱਲ੍ਹੇ ਰੱਖੇ ਗਏ। ਜੇ ਇਸੇ ਤਰ੍ਹਾਂ ਇਹ ਓਮਿਕਰੋਨ ਫੈਲਦਾ, ਕੀ ਹੋ ਸਕਦਾ ਕਿ ਅੱਗੇ ਜਾ ਕੇ ਸਕੂਲ ਵੀ ਬੰਦ ਕਰਨੇ ਪੈ ਸਕਦੇ? ਦੇਖੋ ਇਹਦੇ ਲਈ ਬਹੁਤ ਵੱਡੇ ਐਕਸਪਰਟਸ ਹੈਗੇ ਆ। ਵਾਂਸ ਅਗੇਨ ਡਾਕਟਰ ਬੋਨੀ ਹੈਨਰੀ ਜਿਹੜੀ ਹੈਗੀ ਆ ਐਪੀਡੈਮੋਲੋਜਿਸਟ, ਤੇ ਜਿਹਨੂੰ ਪਤਾ ਹੈਗਾ, ਜਿਹੜੀ ਸਭ ਕੁਝ ਸਟੱਡੀ ਕਰਦੇ ਆ, ਉਹ ਨਹੀਂ ਉਹਦੀ ਸਾਰੀ ਟੀਮ, ਉਹ ਸਾਨੂੰ ਗਾਈਡੈਂਸ ਦੇਣਗੇ ਵੀ ਕਿਸ ਤਰੀਕੇ ਦੇ ਨਾਲ ਜਾਣਾ, ਕਿਸ ਪਾਸੇ ਨੂੰ ਤੁਰਨਾ ਹੈ। ਤੇ ਆਪਾਂ ਦੇਖੀਏ ਵੀ ਜਿਹੜੇ ਸਾਡੇ ਬੱਚੇ ਸਕੂਲ ਜਾਂਦੇ ਰਹੇ ਆ, ਕਈ ਪ੍ਰੋਵਿੰਸਿਸ ਵਿੱਚੋਂ ਜ਼ਿਆਦਾ ਆਪਣੇ ਸਕੂਲ ਇੱਥੇ ਖੁੱਲ੍ਹੇ ਰਹੇ ਆ। ਇਹ ਕੋਈ ਕੰਪੀਟੀਸ਼ਨ ਹੈ ਨਹੀਂਗਾ, ਇਹ ਤਾਂ ਹੁਣ ਇਹੀ ਦੇਖਣਾ ਵੀ ਸਾਨੂੰ ਹੈਲਥ ਆਫਿਸਰਸ ਕਿਹੜੀ ਐਡਵਾਈਸ ਦਿੰਦੇ ਜੀ। ਸੋ ਜਿਹਨੇ ਜਿੱਦਾਂ ਕਿਹਾ ਕਿ ਹੈਲਥ ਵਾਲੇ ਨੇ ਉਹ ਸਾਨੂੰ ਐਡਵਾਈਸ ਲਗਾਤਾਰ ਦਿੰਦੇ ਆ ਰਹੇ ਨੇ, ਤੇ ਅਸੀਂ ਐਗਜ਼ਾਮਪਲ ਸੈੱਟ ਕੀਤੀ ਸੀ BC ਦੇ ਵਿੱਚ ਕਿ BC ਨੇ ਸਭ ਤੋਂ ਵਧੀਆ ਤਰੀਕੇ ਦੇ ਨਾਲ ਇਹ ਕੰਮ ਕੀਤਾ ਸੀਗਾ। ਪਰ ਹੁਣ ਜਦੋਂ ਅਸੀਂ ਦੁਬਾਰਾ ਫੇਰ ਵੇਵ ਦੇ ਵਿੱਚ ਜਾ ਰਹੇ ਹਾਂ, ਫੇਰ ਤੋਂ ਵੇਰੀਐਂਟ ਆ ਰਹੇ ਨੇ, ਫੇਰ ਕੇਸ ਵੱਧ ਰਹੇ ਨੇ। ਇੱਕ ਪਾਸੇ ਡਾਕਟਰ ਏਡੀਅਨ ਡਿਕਸ ਜਿਹੜੇ ਨੇ ਸਾਡੇ ਸਿਹਤ ਮੰਤਰੀ ਨੇ, ਜਿਹੜੇ ਉਹਨਾਂ ਨੇ ਕਿਹਾ ਕਿ ਸ਼ਾਇਦ ਹੋ ਸਕਦਾ ਜਿਹੜੀਆਂ ਜ਼ਰੂਰੀ ਸਰਜਰੀਜ਼ ਨੇ ਉਹ ਕੈਂਸਲ ਕਰਨੀਆਂ ਪੈਣ, ਹੋ ਸਕਦਾ ਕਿ ਅਸੀਂ ਫਿਰ ਤੋਂ ਉਸ ਸਟੇਜ ਤੇ ਆ ਜਾਈਏ। ਜੇ ਉਹ ਸਟੇਜ ਤੇ ਅਸੀਂ ਦੁਬਾਰਾ ਆਉਂਦੇ ਹਾਂ, ਜੇ ਜ਼ਿਆਦਾ ਇਹ ਓਮਿਕਰੋਨ ਵੇਰੀਐਂਟ ਫੈਲਦਾ, ਕਿਉਂਕਿ ਛੁੱਟੀਆਂ ਤੋਂ ਬਾਅਦ ਜਿਹੜੇ ਨੰਬਰ ਆਉਣੇ ਆ ਉਸ ਤੋਂ ਪਤਾ ਲੱਗਣਾ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਛੁੱਟੀਆਂ ਦਾ ਸੀਜ਼ਨ ਮਨਾਇਆ। ਹੁਣ ਤਾਂ ਅਸੀਂ ਸਾਰਿਆਂ ਨੂੰ ਰਿਕੁਐਸਟ ਕਰ ਰਹੇ ਹੈਗੇ ਆ ਕਿ ਘਰਾਂ ਦੇ ਵਿੱਚ ਰਹੋ, ਪਰ ਜਿਹੜੇ ਡੇਟਾ ਸਾਹਮਣੇ ਆਉਣਾ ਹੈ ਨਿਊ ਈਅਰ ਤੋਂ ਬਾਅਦ, ਉਸ ਤੋਂ ਪਤਾ ਲੱਗਣਾ ਕਿ ਕਿੰਨੇ ਲੋਕ ਘਰਾਂ ਦੇ ਵਿੱਚ ਰਹੇ ਸੀ ਜਾਂ ਕਿੰਨੇ ਨਹੀਂ ਰਹੇ ਸੀ। ਹੁਣ ਉਸ ਤੋਂ ਬਾਅਦ ਕੀ ਅਸਰ ਹੋ ਸਕਦਾ BC ਦੇ ਉੱਤੇ? ਇੱਕ ਪਾਸੇ BC ਦੇ ਵਿੱਚ ਅਸੀਂ ਦੇਖਿਆ ਕਿ ਓਮਿਕਰੋਨ ਵੇਰੀਐਂਟ ਹੈ, ਇੱਕ ਪਾਸੇ ਜਿਮ ਬਾਰ ਇਹ ਸਭ ਕੁਝ ਬੰਦ ਹੋ ਰਹੇ ਨੇ, ਦੂਜੇ ਪਾਸੇ ਫਲੱਡ ਕਰਕੇ ਵੀ ਬਹੁਤ ਜ਼ਿਆਦਾ ਨੁਕਸਾਨ BC ਦੇ ਵਿੱਚ ਹੋਇਆ। ਹਾਲਾਤ ਕਿਸ ਤਰ੍ਹਾਂ ਦੇ ਹੋਣ ਵਾਲੇ ਆਉਣ ਵਾਲੇ ਸਮੇਂ ਦੇ BC ਦੇ? ਦੇਖੋ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਡਾ ਵੈਕਸੀਨੇਸ਼ਨ ਰੇਟ ਇਜ਼ ਵੈਰੀ ਗੁੱਡ। ਸਰੀ ਦੇ ਵਿੱਚ ਇਟਸ ਵੈਰੀ ਗੁੱਡ। ਮੇਰੀ ਰਾਈਡਿੰਗ ਦੇ ਵਿੱਚ ਮੈਂ ਤਾਂ ਕਹਿੰਦੀ ਹੁੰਦੀ 96% ਹੈਗਾ ਆ, ਪਰ ਆਪਣੇ ਕੋਲ ਹਾਲੇ ਵੀ BC ਵਿੱਚ ਇਲਾਕੇ ਹੈਗੇ ਆ ਜਿੱਥੇ ਸੈਕੰਡ ਵੈਕਸੀਨੇਸ਼ਨ ਰੇਟ ਸਿਰਫ 60% ਤੇ ਗਿਆ ਆ। ਸੋ ਵੈਕਸੀਨ ਜ਼ਰੂਰ ਲਵਾਉਣੀ ਪੈਣੀ ਆ। ਕੀ ਹੋਊਗਾ ਆਉਂਦੀਆਂ ਛੁੱਟੀਆਂ ਦੇ ਵਿੱਚ, ਇਹ ਸਰਕਾਰ ਦੇ ਹੱਥ ਵਿੱਚ ਇੰਨੀ ਗੱਲਾਂ ਹੈ ਨਹੀਂ ਗੀਆਂ ਜਿੰਨੀਆਂ ਆਮ ਇਨਸਾਨ ਦੇ ਹੱਥ ਵਿੱਚ ਹੈਗੀਆਂ। ਇਹ ਆਪਣੇ ਹੱਥਾਂ ਦੇ ਵਿੱਚ ਹੈਗੀ ਵੀ ਆਪਾਂ ਕਿਸ ਤਰੀਕੇ ਦੇ ਨਾਲ ਆ ਜਿਹੜੇ ਰਿਸਟ੍ਰਿਕਸ਼ਨਸ ਹੈਗੇ ਉਹਨਾਂ ਨੂੰ ਫੋਲੋ ਕਰਨਾ ਆ। ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹ ਸਰਜਰੀ ਦੀ ਵੇਟ ਕਰਦੇ ਆ, ਜਿਹੜੇ ਆਪਾਂ ਕਹਦੇ ਦਾ ਨਾਨ ਕ੍ਰਿਟੀਕਲ ਸਰਜਰੀਜ਼, ਉਹ ਸਰਜਰੀਜ਼ ਵੀ ਕ੍ਰਿਟੀਕਲ ਹੁੰਦੀਆਂ ਆ। ਕਈਆਂ ਦੀ ਹਿਪਸ ਹੁੰਦੀ ਆ, ਕਈਆਂ ਦੀ ਕੈਂਸਰ ਸਰਜਰੀ ਹੁੰਦੀ ਆ ਐਟ ਦੀ ਅਰਲੀ ਸਟੇਜਸ, ਕਈਆਂ ਦੀ ਹਿਪ ਰਿਪਲੇਸਮੈਂਟ ਹੁੰਦੀ ਆ, ਤੇ ਉਹ ਵੀ ਬਹੁਤ ਜ਼ਰੂਰੀ ਹੈਗੀਆਂ ਆ। ਗਵਰਨਮੈਂਟ ਨੂੰ ਐਲਾਨ ਕਰਨਾ ਪਿਆ ਵੀ ਉਹਨਾਂ ਨੂੰ ਸ਼ਾਇਦ ਸਸਪੈਂਡ ਕਰਨਾ ਪਵੇ, ਕਿਉਂਕਿ ਆ ਜਿਹੜਾ ਨਵਾਂ ਵੇਰੀਐਂਟ ਆ ਇਹਦੇ ਨੰਬਰ ਬਹੁਤ ਜ਼ਿਆਦਾ ਵੱਧ ਸਕਦੇ ਆ ਤੇ ਹਸਪੀਟਲਾਈਜੇਸ਼ਨ ਵੀ ਨਾਲ ਵੱਧ ਸਕਦਾ ਆ। ਇਸ ਕਰਕੇ ਸਭ ਤੋਂ ਵੱਡੀ ਜ਼ਿੰਮੇਵਾਰੀ ਇਸ ਵਕਤ ਸਾਡੇ ਤੇ ਆ। ਬਿਲਕੁਲ ਦੇਖੋ ਜਦੋਂ ਅਸੀਂ ਕਾਰ ਵਿੱਚ ਬੈਠੀਦਾ ਆ, ਸਾਨੂੰ ਪਤਾ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ ਆ ਵੀ ਅਸੀਂ ਕਾਰ ਕਿਸ ਸਪੀਡ ਤੇ ਚਲਾਉਣੀ ਹੈ, ਜੇ ਵੀ ਕਿੱਥੇ ਅਸੀਂ ਸਟਾਪ ਸਾਈਨ ਤੇ ਖੜੇ ਹੋਣਾ ਹੈ। ਜੇ ਹਰੇਕ ਜਾਣਾ 10% ਵੀ ਲੋਕ
ਰੋਡ ਤੇ ਚੱਲ ਜਾਣ ਕਾਰ 'ਚ ਬੈਠ ਕੇ, ਨਾ ਸਪੀਡ ਸਾਈਨ ਫੋਲੋ ਕਰਨ, ਨਾ ਲਾਈਟਸ ਦੇਖਣ, ਨਾ ਸਟਾਪ ਸਾਈਨਸ ਦੇਖਣ। ਦਾਅਵੇ ਨਾਲ ਕਹਿ ਸਕਦੀ ਐਕਸੀਡੈਂਟਸ ਬਹੁਤ ਛੇਤੀ ਦੇ ਨਹੀਂ ਵੱਧ ਜਾਣਗੇ। ਬਿਲਕੁਲ। ਇਹੋ ਹੀ ਇਸ ਵੇਰੀਐਂਟ ਵੀ ਆਪਾਂ ਨੂੰ ਸੋਚਣਾ ਪੈਣਾ। ਇਹ ਵੀ ਐਸਾ ਵੇਰੀਐਂਟ ਹੈਗਾ ਜਿਹੜਾ ਫੈਲਦਾ ਆ ਇੱਕ ਤੋਂ ਦੂਸਰੇ ਤੇ, from human to human। ਸੋ ਇਸ ਕਰਕੇ ਸਾਨੂੰ ਹੀ ਪਰਹੇਜ਼ ਰੱਖਣਾ ਪੈਣਾ ਆ। ਸਾਨੂੰ ਗੁੱਸਾ ਆਉਂਦਾ ਆ। ਮੇਰਾ ਪਰਿਵਾਰ, ਮੇਰਾ ਬੇਟਾ ਮੈਨੂੰ ਆਪ ਕਹਿ ਰਿਹਾ ਆ ਵੀ ਮੈਂ ਤਾਂ ਮਾਰਚ ਵਿੱਚ ਬਾਹਰ ਜਾਣਾ ਚਾਹੁੰਦਾ ਸੀ ਛੁੱਟੀਆਂ ਲਈ, ਪਰ ਹੁਣ ਜਾ ਨਹੀਂ ਸਕਣਾ ਕਹਿੰਦਾ। ਮੈਂ ਕਿਹਾ ਹਲੇ ਮਾਰਚ ਦਾ ਨਹੀਂ ਪਤਾ, ਜਸਟ ਵੇਟ। ਬਹੁਤ ਸਾਰੇ ਹੈਗੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਸਾਲ ਹੋ ਗਿਆ ਵੇਟ ਕਰਦੇ ਸੀਗੇ ਵੀ ਨਿਊ ਈਅਰਸ ਈਵ ਪਾਰਟੀ ਨੂੰ ਜਾਏਗੀ। ਮੈਂ ਕਹਿੰਦੀ ਹਾਂ ਨਿਊ ਈਅਰਸ ਈਵ ਆਪਾਂ ਆਉਂਦੇ ਸਾਲ ਨੂੰ ਵੀ ਮਨਾ ਸਕਦੇ ਹਾਂ। ਐਤਕੀ ਸਮੋਲ ਗਰੁੱਪ 'ਚ ਘਰ 'ਚ ਬੈਠ ਕੇ ਮਨਾ ਲਵੋ, ਕਿਉਂਕਿ ਜੇ ਤੁਹਾਨੂੰ ਓਮਿਕਰੋਨ ਹੋ ਗਿਆ ਤੇ ਹਾਲਾਤ ਜ਼ਿਆਦਾ ਖਰਾਬ ਹੋ ਗਏ, ਫਿਰ ਸ਼ਾਇਦ ਆਉਂਦਾ ਨਵਾਂ ਸਾਲ ਆਪਾਂ ਨਾ ਦੇਖ ਸਕਾਂਗੇ ਤੇ ਸ਼ਾਇਦ ਆਪਣੀ ਸਿਹਤ ਤੇ ਸਾਰੀ ਉਮਰ ਲਈ ਕੋਈ ਅਸਰ ਪੈ ਜਾਊਗਾ। ਬਿਲਕੁਲ। ਸੋ ਪਲੀਜ਼ ਇੱਕੋ ਹੀ ਬੇਨਤੀ ਆ, ਇਹ ਜਿਹੜੇ ਹੈਲਥ ਆਰਡਰਸ ਬਣੇ ਆ, ਪਲੀਜ਼ ਟਰਾਈ ਟੂ ਫੋਲੋ them। ਇਸ ਸਾਲ ਆਪਾਂ ਬਹੁਤ ਕੁਝ ਦੇਖਿਆ, ਸਿਰਫ ਕੋਵਿਡ ਨਹੀਂ, ਫਲੱਡਸ, ਉੱਥੋਂ ਵੀ ਹਾਲੇ ਰਿਕਵਰੀ ਹੋ ਰਹੀ ਆ। ਐਂਡ ਸਰਕਾਰ ਉੱਥੇ ਵੀ, ਐਗਰੀਕਲਚਰਲ ਮਿਨਿਸਟਰ ਸਾਰੇ ਰਾਤ ਦਿਨ ਕੰਮ ਕਰ ਰਹੇ ਆ। ਖੋਕੀ ਹਾਲਾ ਹਾਈਵੇ ਖੁੱਲ ਗਈ, ਜਿਹੜੀ ਉਮੀਦ ਨਹੀਂ ਸੀਗੀ ਇੰਨੀ ਛੇਤੀ ਖੁੱਲ ਜਾਊਗੀ। ਬਿਲਕੁਲ। ਦੂਸਰਾ ਹਾਈਵੇਜ਼ ਵੀ ਖੋਲ ਦਿੱਤੀਆਂ, ਬਿਕੋਜ਼ ਸਾਡੀ ਫੂਡ ਚੇਨ ਲਈ, ਸਪਲਾਈ ਚੇਨ ਲਈ ਬਹੁਤ ਹੀ ਐਸੈਂਸ਼ੀਅਲ ਸੀਗੀਆਂ। ਉਹਨਾਂ ਸਾਰੇ ਜਿਹੜੇ ਨੇ ਕਰੂਜ਼ ਨੇ ਕੰਮ ਕੀਤਾ, ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ, ਕਿਉਂਕਿ ਉਹਨਾਂ ਨੇ ਨਹੀਂ ਦੇਖਿਆ ਵੀ ਸਾਡੇ ਪਰਿਵਾਰ ਕਿੱਥੇ ਬੈਠੇ ਆ, ਵੀ ਅਸੀਂ ਜਾ ਕੇ ਘਰ ਪਰਿਵਾਰ ਕੋਲ ਬੈਠੀਏ। ਉਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਜੀ। ਤੇ ਜਿਸ ਤਰ੍ਹਾਂ ਸਾਡੇ ਹਸਪਤਾਲ ਦੇ ਵਿੱਚ ਜਿਹੜੇ ਸਾਡੇ ਹੈਲਥ ਵਰਕਰਸ ਆ, ਉਹ ਕਈ ਜਾਣਿਆਂ ਨੂੰ ਡਬਲ ਸ਼ਿਫਟਾਂ ਕਰਦੇ ਆ, ਬਿਕਾਜ਼ ਸ਼ੋਰਟ ਸਟਾਫ ਸੀ ਜਾਂ ਕਿਸੇ ਨੂੰ ਕੋਵਿਡ ਹੋ ਜਾਂਦੀ ਜਾਂ ਕੋਈ ਬਿਮਾਰ ਹੋ ਜਾਂਦਾ ਹੈ, ਉਹ ਵੀ ਰਾਤ ਦਿਨ ਮਿਹਨਤ ਕਰਦੇ ਆ ਜੀ। ਜੇ ਅਸੀਂ ਉਹਨਾਂ ਦਾ ਸੋਚੀਏ, ਉਹਨਾਂ ਦੇ ਹਿਸਾਬ ਦੇ ਨਾਲ ਸਾਡੇ ਕੋਲੋਂ ਤਾਂ ਕੁਝ ਵੀ ਨਹੀਂ ਮੰਗਿਆ ਜਾਂਦਾ। ਜਿਹੜੇ ਰਿਸਟ੍ਰਿਕਸ਼ਨ ਲਈ ਸਾਨੂੰ ਕਿਹਾ ਆ, ਤੁਸੀਂ ਉਹ ਸੋਚੋ ਜਿਹੜੇ ਨਰਸਿਸ ਐਂਡ ਡਾਕਟਰਸ ਜਿਹੜੇ ਪੇਸ਼ੈਂਟਸ ਦੇਖਦੇ ਆ ਕੋਵਿਡ ਦੇ, ਜੀ, ਉਹ ਸੋਚਦੇ ਵੀ ਜੇ ਲੋਕ ਪਰਹੇਜ਼ ਕਰ ਲੈਂਦੇ, ਜੇ ਵੈਕਸੀਨ ਲਵਾ ਲੈਂਦੇ, ਇੰਨੀ ਤਕਲੀਫ ਨਾ ਇਹਨਾਂ ਨੂੰ ਸਹਿਣੀ ਪੈਂਦੀ। ਬਿਲਕੁਲ। ਬਹੁਤ ਸਾਰੇ ਇੰਟਰਵਿਊ ਦੇਖਿਆ, ਜਿਹੜੇ ਹੈਲਥ ਆਫਿਸਰਸ, ਜਿਹੜੇ ਹੈਲਥ ਕੇਅਰ ਨਰਸਿਸ, ਡਾਕਟਰਸ ਇਹੀ ਕਹਿੰਦੇ ਆ, ਫੋਲੋ ਦ ਹੈਲਥ ਆਰਡਰਸ। ਹੋਰ ਕਿਸੇ ਦੀ ਨਹੀਂ, ਆਪਾਂ ਡਾਕਟਰਾਂ ਦੀ ਹੀ ਐਡਵਾਈਸ ਸੁਣੀ ਹੈ। ਬਿਲਕੁਲ। ਇਹ ਬਿਮਾਰੀ ਆ, ਇਹ ਕੋਈ ਸਰਕਾਰ ਬੈਠੀ ਹੈ ਇੱਕ ਕਮਰੇ ਦੇ ਵਿੱਚ, ਇਹ ਨਹੀਂ ਸੋਚ ਰਹੀ ਵੀ ਅਸੀਂ ਲੋਕਾਂ ਨੂੰ ਕਿੱਦਾਂ ਤੰਗ ਕਰੀਏ ਇਹਨਾਂ ਛੁੱਟੀਆਂ ਦੇ ਵਿੱਚ। ਦਿਸ ਇਜ਼ ਅ ਹੈਲਥ ਕ੍ਰਾਈਸਿਸ। ਬਿਲਕੁਲ, ਇਸ ਟਾਈਮ ਦੇ ਉੱਤੇ ਸਾਨੂੰ ਵਿਜੀਲੈਂਟ ਰਹਿਣ ਦੀ ਲੋੜ ਹੈਗੀ ਹੈ। ਸੋ ਕਿਸਾਨਾਂ ਦੀ ਗੱਲ ਛੇੜੀ ਹੈ ਤੁਸੀਂ, ਫਾਰਮਰਸ ਦੀ ਗੱਲ ਛੇੜੀ ਹੈ, ਸੋ ਇੱਕ ਵਾਰ ਅਪਡੇਟ ਜ਼ਰੂਰ ਦਿਓ ਕਿ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਦੇਖੋ, ਕਿਸਾਨਾਂ ਦੇ ਨਾਲ ਮਿਨਿਸਟਰ, ਡੈਪੂਟੀ ਪ੍ਰੀਮੀਅਰ, ਪ੍ਰਾਈਮ ਮਿਨਿਸਟਰ ਦੇ ਰੈਪਰੈਜ਼ੈਂਟੇਟਿਵਸ, ਮਿਨਿਸਟਰ ਵੀ ਗੇੜਾ ਮਾਰ ਗਏ ਆ। ਤੇ ਹੁਣ ਉੱਥੇ ਆਪਾਂ ਨੂੰ ਪਤਾ ਵੀ ਮੀਂਹ ਤਾਂ ਅੱਜ ਫੇਰ ਪੈ ਰਿਹਾ ਆ। ਇੱਧਰ ਮੀਂਹ ਤਾਂ ਫੇਰ ਵੀ ਪਈ ਜਾਂਦਾ, ਪਰ ਕਾਫੀ ਰਿਕਵਰੀ ਹੋ ਗਈ ਆ। ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਆ, ਜਿੱਦਾਂ ਵੀ ਆ ਗਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ, ਜਿੱਦਾਂ ਉਹਨਾਂ ਦੀ ਸਪੋਰਟ ਕਰ ਸਕਦੇ ਆ। ਪਰ ਜਿਸ ਤਰ੍ਹਾਂ ਲਾਨਾ ਪਾਪਮ ਸਾਡੀ ਐਗਰੀਕਲਚਰਲ ਮਿਨਿਸਟਰ ਕਹਿੰਦੀ ਆ, we are with the farmers and we are going to be there for them all the way। ਪਰ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਹਾਲੇ ਵੀ ਆਪਣੇ ਘਰਾਂ ਵਿੱਚ ਵਾਪਸ ਨਹੀਂ ਜਾ ਸਕੇ। ਹੁਣ ਮੌਸਮ ਵੀ ਇਦਾਂ ਦਾ ਹੋ ਗਿਆ ਆ ਵੀ ਜਿੱਥੇ ਤੱਕ ਕਿਸੇ ਗਿੱਲਾ ਜਿਹਾ ਸੀਗਾ, ਹੁਣ ਉੱਥੇ ਜਿੱਦਾਂ ਮੱਡ ਜਿਹੀ ਬਣੀ ਜਾਂਦਾ ਆ। ਤੇ ਕਈ ਘਰ ਐਸੇ ਹੈਗੇ ਆ ਵੀ ਜਿਹੜੇ ਗਾਂ ਢਾਉਣੇ ਹੀ ਪੈਣੇ ਆ, ਮੈਨੂੰ ਲੱਗਦਾ ਆ। ਪਰ ਇਹ ਮੈਂ ਆਪ ਤਾਂ ਜਾ ਕੇ ਦੇਖੇ ਨਹੀਂ, ਜਿਸ ਤਰ੍ਹਾਂ ਦੀਆਂ ਪਿਕਚਰਾਂ ਦੇਖੀਆਂ ਆ। ਪਰ ਸਰਕਾਰ ਪੂਰੀ ਜ਼ੋਰ ਲਾ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਵੀ ਹੈਲਪ ਕੀਤੀ ਜਾਵੇ। ਆ ਜਿਹੜੀ ਬਿਜ਼ਨਸਿਸ ਤੇ ਇੰਪੈਕਟ ਪੈਣੀ ਆ, ਵੀ ਬਿਜ਼ਨਸ ਨੂੰ ਵੀ ਕਿੱਦਾਂ ਸਪੋਰਟ ਕੀਤਾ ਜਾਵੇ। ਤੇ ਮੈਨੂੰ ਪਤਾ ਹੈ ਫੈਡਰਲ ਸਰਕਾਰ ਵੀ ਪੂਰਾ ਜ਼ੋਰ ਲਾ ਰਹੀ ਹੈ। ਜਿਨੀ ਤੁਸੀਂ ਟਾਈਮ ਟੂ ਟਾਈਮ ਕੱਢ ਕੇ ਸਾਨੂੰ ਅਪਡੇਟ ਕੀਤੀ, ਕਿਉਂਕਿ ਜ਼ਰੂਰੀ ਸੀ ਇਹ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਕਿ ਘਰਾਂ ਦੇ ਵਿੱਚ ਰਿਹਾ ਜਾਵੇ। ਜਿਸ ਤਰ੍ਹਾਂ ਦੇ ਨਾਲ ਹੈਲਥ ਆਰਡਰ ਦਿੱਤੇ ਜਾ ਰਹੇ ਨੇ, ਉਸੇ ਹੈਲਥ ਆਰਡਰਸ ਨੂੰ ਜਿਹੜਾ ਹੈ ਮੰਨਿਆ ਜਾਵੇ। ਹੁਣ ਤੁਸੀਂ ਆਪਣੇ ਪਰਿਵਾਰ ਦੇ ਨਾਲ, ਫੈਮਿਲੀ ਦੇ ਨਾਲ ਹੈਗੇ ਆ, ਸਾਰੇ ਆਪਣੀ ਆਪਣੀ ਫੈਮਿਲੀ ਦੇ ਨਾਲ ਘਰਾਂ ਦੇ ਵਿੱਚ ਰਹਿ ਕੇ ਹੀ ਇਹ ਜਿਹੜਾ ਨਵਾਂ ਸਾਲ ਤੇ ਕ੍ਰਿਸਮਸ ਦਾ ਤਿਉਹਾਰ ਹੈ ਇਹ ਮਨਾਉਣ। ਇਹੀ ਅਸੀਂ ਸਾਰਿਆਂ ਨੂੰ ਮੈਸੇਜ ਦਿੰਦੇ ਹਾਂ। ਤੁਹਾਡੇ ਵੱਲੋਂ ਪਰਸਨਲੀ ਕੀ ਮੈਸੇਜ ਹੋਏਗਾ ਉਹਨਾਂ ਸਾਰਿਆਂ ਨੂੰ ਜਿਹੜੇ ਸਾਨੂੰ ਅੱਜ ਦੇਖ ਰਹੇ ਨੇ, ਤੁਹਾਡੇ ਇੰਟਰਵਿਊ ਨੂੰ ਦੇਖ ਰਹੇ ਨੇ? ਦੇਖੋ, ਇਹ ਟਾਈਮ ਬਹੁਤ ਹੀ ਮੁਸ਼ਕਲ ਵਾਲਾ ਹੈਗਾ ਆ। ਆਪਾਂ ਅੱਗੇ ਵੀ ਮੁਸ਼ਕਲ ਟਾਈਮ ਦੇਖੇ ਆ ਤੇ ਸਾਰਿਆਂ ਨੇ ਰਲ ਮਿਲ ਕੇ ਇੱਥੇ ਤੱਕ ਆ ਗਏ ਆ। ਤੇ ਗਾਂ ਤੇ ਮੈਨੂੰ ਪੂਰੀ ਕੌਨਫੀਡੈਂਸ ਹੈਗੀ ਆ ਵੀ ਆਪਾਂ ਨੂੰ ਆ ਜਿਹੜੀ ਪੈਂਡੇਮਿਕ ਹੈਗੀ ਇਹਦੇ ਵਿੱਚੋਂ ਆਪਾਂ ਇੱਕ ਦਿਨ ਬਾਹਰ ਨਿਕਲ ਆਵਾਂਗੇ।
ਪਰ ਜਦ ਤੱਕ ਸਾਰਿਆਂ ਦੇ ਮੋਰੇ ਬੇਨਤੀ ਆ ਵੀ ਜਿਹੜੇ ਵੀ ਆਰਡਰਸ ਹੈਗੇ ਆ wear a mask, limit your social interactions ਤੇ ਬਾਕੀ ਹੈਲਥ ਆਰਡਰਸ ਫੋਲੋ ਕਰੋ। ਤੇ ਜਿਹੜੇ ਸਾਡੇ ਫਾਰਮਰਸ ਹੈਗੇ ਆ ਜਾਂ ਜਿਹੜੇ ਬੇਘਰ ਹੋ ਗਏ ਆ ਕਰਕੇ ਫਲੱਡਸ ਕਰਕੇ, ਉਹਨਾਂ ਨੂੰ ਵੀ ਇਹੀ ਕਹਿੰਦੇ ਵੀ ਤੁਸੀਂ ਸਾਡੇ ਖਿਆਲਾਂ ਦੇ ਵਿੱਚ ਹੈਗੇ ਆ ਤੇ ਸਰਕਾਰ ਪੂਰਾ ਤੁਹਾਡਾ ਸਾਥ ਦਊਗੀ। ਤੇ ਸਾਰੇ ਜਿਹੜੇ ਵੀ ਤੁਹਾਡੇ ਸੁਣਦੇ ਆ, ਬੇਸ਼ੱਕ ਦੀ ਇੱਥੇ ਆਪਣੇ ਕੈਨੇਡਾ ਵਿੱਚ ਆ, ਜਿੱਥੇ ਵੀ ਤੁਹਾਡਾ ਪ੍ਰੋਗਰਾਮ ਜਾਂਦਾ ਆ, ਸਾਰਿਆਂ ਨੂੰ ਕਹੂੰਗੀ ਜੇ ਤੁਸੀਂ ਕ੍ਰਿਸਮਸ ਮਨਾਉਂਦੇ ਆ, ਮੈਰੀ ਕ੍ਰਿਸਮਸ, ਤੇ ਸਾਰਿਆਂ ਨੂੰ ਹੈਪੀ ਨਿਊ ਈਅਰ, filled with good health, happiness and lots of joy. ਥੈਂਕ ਯੂ ਜੀ, ਥੈਂਕ ਯੂ ਸੋ ਮਚ। Thank you. ਸੋ ਐਮਐਲਏ ਜਿਨੀ ਸਿਮਸ ਦੇ ਨਾਲ ਗੱਲਬਾਤ ਹੋਈ, ਜਿਨ੍ਹਾਂ ਨੇ ਦੱਸਿਆ ਕਿ ਸਰਕਾਰ ਕੀ ਕੁਝ ਕਰ ਰਹੀ ਹੈ, ਕਿਹੜੇ ਕਦਮ ਚੁੱਕ ਰਹੀ ਹੈ ਕਿਸਾਨਾਂ ਦੀ ਮਦਦ ਦੇ ਲਈ, ਫਾਰਮਰਸ ਦੀ ਮਦਦ ਦੇ ਲਈ ਜਿਹੜੇ ਫਲੱਡ ਤੋਂ ਪ੍ਰਭਾਵਿਤ ਨੇ, ਤੇ ਨਾਲ ਉਹ ਲੋਕ ਜਿਹੜੇ ਹੁਣ ਪ੍ਰਭਾਵਿਤ ਹੋਣਗੇ ਓਮਿਕਰੋਨ ਦੀਆਂ ਰਿਸਟ੍ਰਿਕਸ਼ਨਸ ਨੂੰ ਲੈ ਕੇ। ਪਰ ਤੁਸੀਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਹੈਲਥ ਆਰਡਰਸ ਆ ਰਹੇ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ, ਤਾਂ ਕਿ ਆਉਣ ਵਾਲੀ ਵੱਡੀ ਬਿਮਾਰੀ ਤੋਂ, ਵੱਡੀਆਂ ਰੋਕਾਂ ਤੋਂ ਬਚਿਆ ਜਾ ਸਕੇ। ਇਹ ਛੁੱਟੀਆਂ ਦਾ ਸੀਜ਼ਨ ਹੈ, ਹੌਲੀਡੇ ਸੀਜ਼ਨ ਹੈ, ਪਰਿਵਾਰਾਂ ਦੇ ਵਿੱਚ ਰਹਿ ਕੇ ਪਰਿਵਾਰਾਂ ਦੇ ਨਾਲ ਮਨਾਇਆ ਜਾਵੇ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।